ਵਾਹਿਗੁਰੂ ਸਾਹਿਬ ਜੀ। ਅੰਤ ਨ ਪਾਵਤ ਦੇਵ ਸਭੈ ਮਨ, ਇੰਦਰ ਮਹਾ ਸ਼ਿਵ ਜੋਗ ਕਰੀ। ਹੁਨ ਵੇਦ ਬਿਰੰਚ ਵਿਚਾਰ ਰਹਿਓ, ਹਰ ਜਾਪ ਨ ਛਾਡਿਓ ਏਕ ਕਰੀ। ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ। ਰਾਮਦਾਸ ਗੁਰੂ ਜਗ ਤਾਰਨ ਕੋ, ਗੁਰ ਜੋਤ ਅਰਜਨ ਮਾਹੇ ਤਰੀ। ਰਾਮਦਾਸ ਗੁਰੂ ਜਗ ਤਾਰਨ ਕੋ, ਗੁਰ ਜੋਤ ਅਰਜਨ ਮਾਹੇ ਤਰੀ। ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਜ਼ਾਰਾ ਜ਼ਹੂਰ ਸਰਬ ਕਲਾ ਭਰਪੂਰ, ਸ਼ਬਦਾ ਅਵਤਾਰ ਸ਼ਬਦ ਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹਜ਼ੂਰੀ ਅੰਦਰ ਭੱਟਾਂ ਦੀ ਰਸਨਾ ਤੋਂ ਉਚਾਰਿਆ ਹੋਇਆ ਸਵਈਆ ਆਪਾਂ ਗੁਰੂ ਕੇ ਕੀਰਤਨੀਆਂ ਪਾਸੋਂ ਕੀਰਤਨ ਰੂਪ ਵਿੱਚ ਸਰਵਣ ਕੀਤਾ ਹੈ। ਪਟ ਮਥੁਰਾ ਜੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਆਪਣੀ ਰਸਨਾ ਤੋਂ ਕਿਵੇਂ ਵਡਿਆਈ ਕਰਦੇ ਨੇ, ਆਓ ਇਸ ਵਡਿਆਈ ਨੂੰ ਵਿਚਾਰੀਏ। ਗੁਰੂ ਚਰਨਾਂ ਵਿੱਚ ਅਸੀਂ ਵੀ ਜੁੜ ਸਕੀਏ ਵਿਚਾਰ ਦੇ ਨਾਲ। ਜਿੱਥੇ ਤਨ ਹੈ ਮਨ ਦਾ ਟਿਕਾ ਬਣਾਈਏ ਰਸਨਾ ਨੂੰ ਸਫਲਾ, ਕੋਈ ਰਸਨਾ ਵੀ ਵਾਂਝੀ ਨਾ ਰਹਿ ਜਾਵੇ। ਸਤਿਨਾਮ ਸ਼੍ਰੀ ਵਾਹਿਗੁਰੂ, ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮਦਾਸ ਗੁਰੂ ਜਗ ਤਾਰਨ ਕੋ, ਗੁਰ ਜੋਤ ਅਰਜਨ ਮਾਹੇ ਧਰੀ। ਗੁਰੂ ਰਾਮਦਾਸ ਨੇ ਜਗਤ ਨੂੰ ਤਾਰਨ ਵਾਸਤੇ ਗੁਰੂ ਵਾਲੀ ਜਿਹੜੀ ਜੋਤ ਹੈ ਨਾ, ਉਹ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਵਿੱਚ ਟਿਕਾਈ ਹੈ। ਜੋਤ ਕੀ ਹੈ? ਜੋਤ ਉਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀ ਹੈ। ਹੁਣ ਆ ਰੋਸ਼ਨੀ ਹੈ ਜੋ ਬਲਬਾਂ ਦੁਆਰਾ ਸਾਨੂੰ ਮਿਲ ਰਹੀ ਹੈ, ਪਰ ਪੁਰਾਤਨ ਸਮੇਂ ਜੋਤਾਂ ਜਗਾਈਆਂ ਜਾਂਦੀਆਂ ਸਨ। ਦੇਸੀ ਘਿਓ ਦੀ ਜੋਤ ਜਗਾਉਣੀ, ਇੱਕ ਮੈਂ ਨਿੱਕੀਆਂ ਨਿੱਕੀਆਂ ਗੱਲਾਂ ਨਾਲ ਕਰਾਂਗਾ। ਜਦੋਂ ਸਾਹਿਬ ਸ੍ਰੀ ਅਖੰਡ ਪਾਠ ਆਰੰਭ ਹੁੰਦਾ ਸੀ, ਉਦੋਂ ਦੇਸੀ ਘਿਓ ਦੀ ਜੋਤ ਕਿਉਂ ਜਗਾਈ ਜਾਂਦੀ ਸੀ? ਕਿਉਂਕਿ ਦੇਸੀ ਘਿਓ ਦੀ ਜੋਤ ਇਸ ਕਰਕੇ ਜਗਾਈ ਜਾਂਦੀ ਹੈ, ਉਹਦਾ ਜਿਹੜਾ ਧੂੰਆਂ ਹੈ ਨਾ, ਉਹ ਜੋ ਪਾਠ ਕਰਨ ਵਾਲਾ ਹੈ ਉਸ ਦੇ ਗਲੇ ਨੂੰ ਨਹੀਂ ਪੈਂਦਾ। ਤੇ ਇੱਕ ਜੋਤ ਜਗਾ ਕੇ ਐਕਸਟਰਾ ਵੱਖਰੀ ਰੱਖ ਦਿੱਤੀ ਜਾਂਦੀ ਸੀ ਪੀਪੇ ਦੇ ਵਿੱਚ, ਜਿੱਥੇ ਉਸ ਨੂੰ ਹਵਾ ਨਾ ਲੱਗੇ। ਰਾਤ ਨੂੰ ਕਿੰਨੀਆਂ ਸਾਰੀਆਂ ਜੋਤਾਂ ਜਗਾ ਕੇ ਅੱਗੇ ਮੇਜ਼ 'ਚ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ, ਕਿ ਉਹ ਪਾਠੀ ਉਸ ਜੋਤ, ਉਸ ਚਾਨਣੇ ਦੇ ਨਾਲ ਕਰ ਸਕੇ। ਜਿਹੜੀ ਪੀਪੇ ਦੇ ਵਿੱਚ ਜਗਾ ਕੇ ਜੋਤ ਰੱਖੀ ਜਾਂਦੀ ਸੀ, ਇਸ ਕਰਕੇ 22 ਦੇ ਵੇ ਹਨੇਰੀ ਆਵੇ, ਬੱਦਲ ਆਵੇ, ਤੇਜ਼ ਵੇਗ ਵਿੱਚ ਹਨੇਰੀ ਆ ਜਾਵੇ, ਤੇ ਜਿਹੜੀਆਂ ਗੁਰੂ ਘਰ ਮੱਥਾ ਟੇਕਣ ਵਾਲੀ ਸੰਗਤ ਬੈਠੀ ਆ, ਦਰਵਾਜ਼ੇ ਖੁੱਲ੍ਹੇ ਨੇ, ਇੱਕ ਚੱਕਦਮ ਹਨੇਰੀ ਆਈ, ਜੋਤਾਂ ਬੁਝ ਗਈਆਂ, ਤੇ ਜਿਹੜੀ ਪੀਪੇ ਵਿੱਚ ਜੋਤ ਜਗ ਰਹੀ ਹੈ ਨਾ, ਉਸ ਦੇ ਨਾਲ
ਜਿਹੜਾ ਅਖੰਡ ਜਾਪ ਚੱਲ ਰਿਹਾ ਹੈ ਉਸ ਨੂੰ ਬਾਣੀ ਨੂੰ ਕੰਟੀਨਿਊ ਪੜ੍ਹਿਆ ਜਾ ਸਕੇ, ਉਹ ਜੋਤ ਉਸੇ ਵੇਲੇ ਲਿਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਬਾਣੀ ਦਾ ਪ੍ਰਵਾਹ ਨਾ ਰੁਕੇ। ਅੱਜ ਅਸੀਂ ਐਮਰਜੈਂਸੀ ਲਾਈਟ ਰੱਖ ਦਿੰਦੇ ਹਾਂ, ਜਦੋਂ ਬਾਣੀ ਦਾ ਪ੍ਰਵਾਹ ਅਖੰਡ ਜਾਪ ਚੱਲਦਾ ਹੈ ਉਦੋਂ ਐਮਰਜੈਂਸੀ ਲਾਈਟ ਰੱਖ ਦਿੱਤੀ ਜਾਂਦੀ। ਬਾਈ ਦੇ ਵੇ ਲਾਈਟ ਚਲੀ ਜਾਵੇ ਤੇ ਐਮਰਜੈਂਸੀ ਲਾਈਟ ਦੇ ਨਾਲ ਜਿਹੜਾ ਅਖੰਡ ਜਾਪ ਚੱਲ ਰਿਹਾ ਚੱਲਦਾ ਰਹੇ। ਜੋਤ, ਜੋਤ ਕੀ ਹੈ? ਇੱਕ ਚਾਨਣਾ ਹੈ, ਪ੍ਰਕਾਸ਼ ਹੈ, ਅੰਧਕਾਰ ਮਿਟਾਉਂਦੀ ਹੈ। ਇੱਕ ਜੋਤ ਦੁਨੀਆ ਦਾ ਹਨੇਰਾ ਮਿਟਾ ਰਹੀ ਹੈ, ਇੱਕ ਜੋਤ ਹੈ ਜਿਹੜਾ ਮਨ ਦਾ ਹਨੇਰਾ ਮਿਟਾਉਣ ਵਾਲੀ ਹੈ। ਅੰਧਕਾਰ, ਅਗਿਆਨਤਾ ਜਿਹਨੂੰ ਅਸੀਂ ਕਹਿੰਦੇ ਹਾਂ, ਅੰਦਰ ਦਾ ਹਨੇਰਾ। ਆਹ ਜਿਹੜੀ ਬਾਹਰ ਦੀ ਜੋਤ ਹੈ ਇਹ ਬਾਹਰ ਦਾ ਹਨੇਰਾ, ਇਹ ਜਿਹੜੀ ਤੇਲ ਜਾਂ ਘਿਓ ਜਾਂ ਆਹ ਲਾਈਟ ਜਿਹੜੀ ਹੈ ਬਾਹਰ ਦੇ ਅੰਧਕਾਰ ਨੂੰ ਮਿਟਾਉਂਦੀ ਹੈ। ਪਰ ਜਿਹੜੀ ਗੁਰੂ ਜੋਤ ਹੈ ਨਾ, ਜਿਸ ਨੂੰ ਭੱਟਾ ਨੇ ਕਿਹਾ ਰਾਮਦਾਸ ਗੁਰੂ ਜਗ ਤਾਰਨ ਕੋ, ਗੁਰੂ ਰਾਮਦਾਸ ਨੇ ਸੰਸਾਰ ਨੂੰ ਤਾਰਨ ਵਾਸਤੇ, ਸੰਸਾਰ ਨੂੰ ਤਾਰਨ ਤੋਂ ਭਾਵ ਹੈ ਅੰਧਕਾਰ ਵਿੱਚੋਂ ਕੱਢ ਕੇ ਨਿਰੰਕਾਰ ਦਾ ਮਾਰਗ ਦਰਸਾਉਣ ਵਾਸਤੇ, ਅਗਿਆਨਤਾ ਦਾ ਹਨੇਰਾ ਦੂਰ ਕਰਨ ਲਈ, ਮਨ ਦੇ ਹਨੇਰੇ ਨੂੰ ਦੂਰ ਕਰਕੇ ਰੱਬ ਨਾਲ ਮਿਲਾਉਣ ਵਾਸਤੇ ਜਿਹੜੀ ਉਹ ਜੋਤ ਚੱਲੀ ਆ ਰਹੀ ਸੀ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕਰਕੇ, ਉਹ ਜੋਤ ਗੁਰੂ ਵਾਲੀ ਜੋਤ ਅਰਜੁਨ ਮਾਹੇ ਧਰੀ, ਗੁਰੂ ਅਰਜਨ ਸਾਹਿਬ ਜੀ ਦੇ ਵਿੱਚ ਧਰ ਦਿੱਤੀ। ਤੇ ਜਿੱਥੇ ਜੋਤ ਧਰੀਏ ਉੱਥੇ ਹੀ ਚਾਨਣਾ ਕਰਦੀ ਹੈ। ਇੱਕ ਕਮਰੇ ਵਿੱਚ ਜੋਤ ਜਗ ਰਹੀ ਹੈ, ਉੱਥੋਂ ਚੁੱਕ ਕੇ ਦੂਸਰੇ ਵਿੱਚ ਲੈ ਜਾਓਗੇ, ਜਿੱਥੇ ਜੋਤ ਜਾਏਗੀ ਉੱਥੇ ਹੀ ਚਾਨਣਾ ਹੋਏਗਾ, ਪ੍ਰਕਾਸ਼ ਉੱਥੇ ਹੀ ਹੋਵੇਗਾ। ਸਭ ਮੈਂ ਜੋਤ, ਹੁਣ ਮੈਂ ਥੋੜਾ ਜਿਹਾ ਜੋਤ ਤੇ ਰੁਕਣਾ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਉਹ ਪ੍ਰਮਾਤਮਾ ਦੀ ਹੋਂਦ ਸਾਰਿਆਂ ਦੇ ਵਿੱਚ ਹੈ, ਪਰ ਗੁਰੂ ਦੀ ਸਿੱਖਿਆ ਦੁਆਰਾ ਉਹ ਜੋਤ ਪ੍ਰਗਟ ਹੋ ਜਾਂਦੀ ਹੈ। ਜੇ ਗੁਰੂ ਦੀ ਸਿੱਖਿਆ ਨਾ ਲਈਏ ਤੇ ਪ੍ਰਗਟ ਨਹੀਂ ਹੁੰਦੀ। ਮੀਨਸ ਹੁਣ ਸਮਝਾਉਣ ਥੋੜਾ ਜਿਹਾ ਇੱਕ ਮੈਂ ਹੋਰ ਉਦਾਹਰਣ ਦੇਵਾਂ। ਤੇਲ ਨਾਲ ਦੀਵਾ ਭਰਿਆ ਹੋਇਆ, ਵੱਟੀ ਵੀ ਉਹਦੇ ਵਿੱਚ ਪਾਈ ਹੋਈ ਹੈ, ਪਰ ਜਿੰਨਾ ਚਿਰ ਉਸ ਨੂੰ ਚੰਗਾਰੀ ਨਹੀਂ ਛਵਾਈ ਜਾਂਦੀ ਉਹਨਾਂ ਚਿਰ ਉਹਨੇ ਚਾਨਣਾ ਨਹੀਂ ਕਰਨਾ। ਮੀਨਸ ਰੱਬ ਸਾਰਿਆਂ ਦੇ ਵਿੱਚ ਹੈ, ਪ੍ਰਮਾਤਮਾ ਸਾਰਿਆਂ ਵਿੱਚ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ। ਪਰ ਗੱਲ ਕੀ ਹੈ? ਗੁਰਸਾਖੀ, ਗੁਰੂ ਦੀ ਸਿੱਖਿਆ ਦੁਆਰਾ, ਗੁਰੂ ਦੀ ਸਿੱਖਿਆ ਰਾਹੀਂ ਇਹ ਜਿਹੜੀ ਅੰਦਰ ਜੋਤ ਪ੍ਰਗਟ ਹੋ ਜਾਂਦੀ ਹੈ। ਤਾਂ ਹੈ ਹੁਣ ਜਿਹੜਾ ਤੇਲ ਨਾਲ ਦੀਵਾ ਭਰਿਆ ਹੈ ਉਹਦੇ ਵਿੱਚ ਬੱਤੀ ਵੀ ਪਾਈ, ਆਪਾਂ ਉਹਨੂੰ ਵੀ ਦੀਵਾ ਆਖਨੇ ਆ, ਦੀਵਾ ਉਹਨੂੰ ਵੀ ਕਿਹਾ ਜਾਏਗਾ। ਪਰ ਜਿਹੜਾ ਜਗ ਰਿਹਾ ਚਾਨਣਾ ਦੇ ਰਿਹਾ ਦੀਵਾ ਉਹ ਵੀ ਹੈ ਦੋਵੇਂ ਦੀਵੇ ਹੀ ਨੇ, ਪਰ ਇੱਕ ਬੁਝਿਆ ਹੋਇਆ ਹੈ, ਇੱਕ ਜਗਿਆ ਹੋਇਆ। ਇੱਕ ਬੁਝਿਆ ਹੈ ਉਹ ਚਾਨਣਾ ਦੇ ਰਿਹਾ ਹੈ, ਇੱਕ ਜਗਿਆ ਹੈ। ਇੱਕ ਬੁਝਿਆ ਹੈ ਉਹ ਹਨੇਰੇ ਵਿੱਚ ਆਪ ਵੀ ਹੈ ਤੇ ਹਨੇਰੇ ਵਿੱਚ ਆਪ ਵੀ ਹੈ ਤੇ ਉਹਦੇ ਜਿਹੜੇ ਕੋਲ ਨੇ ਉਹ ਵੀ ਹਨੇਰੇ ਵਿੱਚ ਨੇ। ਜਿਹੜਾ ਜਗਿਆ ਉਹ ਆਪ ਵੀ ਚਾਨਣੇ ਵਿੱਚ ਤੇ ਦੂਸਰਿਆਂ ਨੂੰ ਵੀ ਚਾਨਣਾ ਦੇ ਰਿਹਾ ਹੈ। ਹੁਣ ਇਹ ਜਿਹੜੀ ਚਾਨਣੇ ਵਾਲੀ ਗੱਲ ਹੈ, ਇਹ ਜੋਤ ਰੱਖੀ ਕਿੱਥੇ ਜਾਵੇ? ਜਦੋਂ ਧੰਨ ਗੁਰੂ ਅਰਜੁਨ ਸਾਹਿਬ ਮਹਾਰਾਜ ਨੇ ਜਿਸ ਨੂੰ 10 ਪਾਤਸ਼ਾਹੀਆਂ ਦੀ ਮੈਂ ਹੁਣੇ ਜੋਤ ਕਿਹਾ, ਇੱਕ ਹੋਰ ਕਹਿ ਦੇਵਾਂ। ਕਹਿੰਦੇ ਨੇ ਜੋਤ ਪੰਜਵੀਂ, ਜੋਤ ਛੇਵੀਂ, ਜੋਤ ਸੱਤਵੀਂ। ਨਹੀਂ, ਜੋਤ ਕੋਈ ਪੰਜਵੀਂ ਜਾਂ ਛੇਵੀਂ ਜਾਂ ਸੱਤਵੀਂ ਜਾਂ ਅੱਠਵੀਂ ਨਹੀਂ, ਜੋਤ ਇੱਕ ਹੀ ਹੈ। ਜਿਹੜੇ ਸਰੀਰ, ਜਦੋਂ ਉਹ ਜੋਤ ਗੁਰੂ ਅੰਗਦ ਸਾਹਿਬ ਮਹਾਰਾਜ ਵਿੱਚ ਆਉਂਦੀ ਹੈ, ਬਾਬਾ ਲਹਿਣਾ ਦੇ ਵਿੱਚ ਆਉਂਦੀ ਹੈ, ਤੇ ਗੁਰੂ ਅੰਗਦ ਸਾਹਿਬ ਮਹਾਰਾਜ ਉਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਮੌਜੂਦ ਨੇ। ਥਾਪਿਆ ਲੈਣਾ ਜੀਮਦੈ ਗੁਰ ਆਈ ਸਿਰ ਛਤਰ ਫਿਰਾਇਆ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਥਾਪਿਆ ਲਹਿਣਾ ਜੀਵਦੇ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਜੀਵਦੇ ਜੀ ਸਰੀਰ ਵਿੱਚ ਹੁੰਦਿਆਂ ਹੋਇਆਂ ਉਹ ਜੋਤ ਬਾਬਾ ਲਹਿਣੇ ਵਿੱਚ ਟਿਕਾਈ ਨਾ, ਤੇ ਬਾਬਾ ਲਹਿਣਾ ਜੀ ਨੂੰ ਮੱਥਾ ਟੇਕ ਕੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਸਥਾਪਿਤ ਕਰ ਦਿੱਤਾ
ਆਪ ਮੇਰੇ ਪਾਤਸ਼ਾਹ ਹੁਣ ਸੰਗਤ ਵਿੱਚ ਬਹਿੰਦੇ ਨੇ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸਿੰਘਾਸਣ ਤੇ ਸੁਸ਼ੋਭਿਤ ਹੁੰਦੇ ਨੇ, ਕਿਉਂਕਿ ਜੋਤ ਗੁਰੂ ਹੈ, ਸਰੀਰ ਗੁਰੂ ਨਹੀਂ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਅਸੀਂ ਕਹਿੰਦੇ ਹਾਂ, ਜਿਨ੍ਹਾਂ ਨੂੰ ਅਸੀਂ ਰੋਜ਼ ਪੜ੍ਹਦੇ ਹਾਂ। ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕਉ ਮਿਲ ਬੋ ਚਾਹੈ, ਜਿਹੜੇ ਰੱਬ ਨਾਲ ਮਿਲਣਾ ਚਾਹੁੰਦੇ ਨੇ ਕੀ ਕਰਨ? ਖੋਜ ਸ਼ਬਦ ਮੈਂ ਲੈ, ਗੁਰੂ ਸ਼ਬਦ ਦੀ ਖੋਜ ਕਰਨ। ਜਦੋਂ ਅਸੀਂ ਗੁਰੂ ਸ਼ਬਦ ਦੀ ਖੋਜ ਕਰਾਂਗੇ ਨਾ, ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਿੱਖਿਆ ਰਾਹੀਂ ਇਹ ਜਿਹੜੀ ਜੋਤ ਹੈ ਨਾ, ਇਹ ਪ੍ਰਗਟ ਹੋ ਜਾਏਗੀ। ਜਦੋਂ ਪ੍ਰਗਟ ਹੋ ਜਾਏ, ਕੋਈ ਚੀਜ਼ ਪ੍ਰਗਟ ਹੁੰਦੀ ਹੈ, ਉਹ ਆਪਣੀ ਹੋਂਦ ਵਿੱਚ ਆ ਜਾਵੇ ਤੇ ਉਹ ਫਿਰ ਆਪਣਾ ਰੂਪ ਵਿਖਾਉਂਦੀ ਹੈ। ਤੇ ਜਦੋਂ ਜੋਤ ਅੰਦਰੋਂ ਪ੍ਰਗਟ ਹੋ ਜਾਂਦੀ ਹੈ, ਉਦੋਂ ਫਿਰ ਅੰਧਕਾਰ ਮਿਟ ਜਾਂਦਾ ਹੈ, ਨਿਰੰਕਾਰ ਦਿਸਣ ਲੱਗ ਜਾਂਦਾ ਹੈ। ਪਰ ਇਹ ਜੋਤ ਪ੍ਰਗਟ ਪਤਾ ਕਿਵੇਂ ਹੁੰਦੀ? ਗੁਰੂ ਦੀ ਸਿੱਖਿਆ ਦੁਆਰਾ, ਗੁਰੂ ਦੀ ਉਪਦੇਸ਼, ਗੁਰੂ ਦੀ ਸਿੱਖਿਆ ਦੁਆਰਾ। ਹੁਣ ਇਹ ਜੋਤ ਜਦੋਂ ਪ੍ਰਗਟ ਹੋਣ ਲੱਗਦੀ ਹੈ, ਜਦੋਂ ਜੋਤ ਗੁਰੂ ਅਰਜਨ ਸਾਹਿਬ ਮਹਾਰਾਜ ਵਿੱਚ ਟਿਕਦੀ ਹੈ, ਉਦੋਂ ਬਾਬਾ ਪ੍ਰਿਥੀ ਚੰਦ ਵਿਰੋਧ ਕਰਦੇ ਨੇ। ਮਹਾਦੇਵ ਵੀ ਨੇ, ਸੇਵਾ ਮਹਾਦੇਵ ਵੀ ਕਰਦਾ ਹੈ, ਇਹ ਨਹੀਂ। ਸੇਵਾ ਬਾਬਾ ਪ੍ਰਿਥੀ ਚੰਦ ਵੀ ਕਰਦੇ ਨੇ ਤੇ ਸੇਵਾ ਅਰਜਨ ਸਾਹਿਬ ਵੀ ਕਰਦੇ ਨੇ, ਅਜੇ ਗੁਰੂ ਨਹੀਂ ਬਣੇ। ਜਦੋਂ ਦਰਬਾਰ ਦੀ ਸੇਵਾ ਹੋ ਰਹੀ ਹੈ, ਜਾਂ ਸਰੋਵਰ ਦੀ ਸੇਵਾ ਹੋ ਰਹੀ ਹੈ, ਜਾਂ ਹੋਰ ਇਮਾਰਤਾਂ ਦੀ ਸੇਵਾ ਹੁੰਦੀ ਹੈ, ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੇਵਾ ਵੀ ਕਰਦੇ ਨੇ ਤੇ ਸਿਮਰਨ ਵੀ ਕਰਦੇ ਨੇ। ਗੁਰੂ ਅਰਜਨ ਸਾਹਿਬ ਮਹਾਰਾਜ ਸਰੰਦਾ ਬੜਾ ਸੋਹਣਾ ਵਜਾਉਂਦੇ ਸਨ। ਸਰੰਦੇ ਦੇ ਨਾਲ ਗੁਰੂ ਕੀ ਬਾਣੀ ਦੇ ਰਾਹੀਂ ਉਸ ਮਾਲਕੀ ਦੀ ਕੀਰਤੀ ਵੀ ਕਰਦੇ ਸਨ, ਕੀਰਤਨ ਕਰਦੇ ਨੇ। ਤੇ ਜਦੋਂ ਸੇਵਾ ਵਿੱਚ ਵੇਖਦੇ ਨੇ ਕੋਈ ਇੱਟ ਕੱਚੀ ਪਿੱਲੀ ਲੱਗ ਰਹੀ ਹੈ, ਤੇ ਉਸ ਨੂੰ ਆਪ ਧਿਆਨ ਨਾਲ ਵੇਖਦੇ ਨੇ, ਕੋਈ ਖੁਨਾਮੀ ਨਾ ਰਹਿ ਜਾਵੇ, ਕੋਈ ਕਮੀ ਨਾ ਰਹਿ ਜਾਵੇ। ਜਦੋਂ ਸੇਵਾ ਕਰਦੇ ਨੇ ਬੜੇ ਧਿਆਨ ਨਾਲ, ਸੇਵਾ ਪ੍ਰਿਥੀ ਚੰਦ ਵੀ ਕਰਦਾ ਹੈ, ਪਰ ਧਿਆਨ ਦੇਣਾ। ਜੋਤ ਕਿੱਥੇ ਟਿਕਦੀ ਹੈ? ਸੇਵਾ ਕਰਤ ਹੋਏ ਨਹਿ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਸੇਵਾ ਆਪਾਂ ਵੀ ਕਰਦੇ ਹਾਂ। ਮੇਰੇ ਪਾਤਸ਼ਾਹ ਕਹਿੰਦੇ ਨੇ, ਸਾਧ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਭੰਨੇ। ਹੁਣ ਸਤਿਗੁਰੂ ਨੂੰ ਰਿਝਾਉਣ ਵਾਸਤੇ ਜਾਂ ਸਤਿਗੁਰੂ ਨੂੰ ਪ੍ਰਸੰਨ ਕਰਨ ਵਾਸਤੇ ਸੇਵਾ ਕੀਤੀ ਜਾਂਦੀ ਹੈ? ਨਹੀਂ। ਅਸੀਂ ਸੇਵਾ ਕਰਦੇ ਹਾਂ ਆਪਣੇ ਮਨ ਨੂੰ ਖੁਸ਼ ਕਰਨ ਵਾਸਤੇ, ਆਪਣੇ ਮਨ ਨੂੰ ਪ੍ਰਸੰਨ ਕਰਨ ਵਾਸਤੇ। ਅਸੀਂ ਸੇਵਾ ਉੱਥੇ ਕਰਦੇ ਹਾਂ ਜਿੱਥੇ ਸਾਡੀ ਵਾਹ-ਵਾਹ ਹੋਵੇ। ਅਸੀਂ ਸੇਵਾ ਉਸ ਥਾਂ ਤੇ ਕਰਦੇ ਹਾਂ ਜਿੱਥੇ ਸਾਨੂੰ ਚਾਰ ਜਾਣੇ ਲੋਕ ਵੇਖਦੇ ਹੋਣ ਤੇ ਵਾਹ-ਵਾਹ ਕਰਨ, ਬਈ ਵਾਹ ਫਲਾਣੇ ਨੇ ਬੜੀ ਸੇਵਾ ਕੀਤੀ, ਉਹਦੀ ਬੜੀ ਸੇਵਾ। ਤੇ ਜਦੋਂ ਵਾਹ-ਵਾਹ ਆਉਂਦੀ ਹੈ, ਉਦੋਂ ਸਾਡੇ ਵਿੱਚ ਹਉਮੈ ਵੀ ਆਉਂਦੀ ਹੈ। ਵਡਿਆਈ ਦੇ ਨਾਲ ਹਉਮੈ ਨੇ ਆਉਣਾ ਹੀ ਆਉਣਾ ਹੈ। ਇਹ ਕਦਾ ਚਿੱਤ ਨਹੀਂ ਹੋ ਸਕਦਾ ਕਿ ਜਿੱਥੇ ਵਡਿਆਈ ਹੁੰਦੀ ਹੋਵੇ ਤੇ ਉੱਥੇ ਹਉਮੈ ਨਾ ਆਵੇ। ਜਿੱਥੇ ਵਡਿਆਈ ਹੋਵੇਗੀ ਉੱਥੇ ਹਉਮੈ ਜ਼ਰੂਰ ਆ ਜਾਵੇ। ਵਡਿਆਈ ਇੱਕ ਇਹੋ ਜਿਹੀ ਚੀਜ਼ ਹੈ। ਕਰਦੇ ਗੁਰੂ ਅਰਜਨ ਸਾਹਿਬ ਮਹਾਰਾਜ ਵੀ ਸੇਵਾ ਨੇ, ਇਧਰ ਬਾਬਾ ਪ੍ਰਿਥੀ ਚੰਦ ਵੀ ਸੇਵਾ ਕਰਦੇ ਨੇ, ਪਰ ਬਾਬਾ ਪ੍ਰਿਥੀ ਚੰਦ ਵਿਖਾਵੇ ਦੀ ਸੇਵਾ ਪੇ ਕਰਦੇ। ਜਿਹੜੇ ਮਸੰਦ ਆਉਂਦੇ ਨੇ ਉਹਨਾਂ ਕੋਲ ਲੈਣਾ ਦੇਣਾ ਰੱਖਣਾ, ਹਦਾਇਤਾਂ ਦੇਣੀਆਂ, ਉਹਨਾਂ ਨੂੰ ਸਮਝਾਉਣਾ, ਤੇ ਉਹ ਆਇਆ ਹੋਇਆ ਧਨ ਰੱਖਣਾ, ਸਾਰਿਆਂ ਦੇ ਨਾਲ ਮੇਲ ਮਿਲਾਪ ਰੱਖਣਾ, ਵਿਖਾਵੇ ਦੀ ਸੇਵਾ ਹੋ ਰਹੀ ਹੈ। ਸੇਵਾ ਪ੍ਰਿਥੀ ਚੰਦ ਵੀ ਕਰਦੇ। ਪਰ ਇਸ ਸੇਵਾ ਦੇ ਨਾਲ ਨਾਲ ਜਦੋਂ ਵਡਿਆਈ ਹੁੰਦੀ ਹੈ, ਤੇ ਵਡਿਆਈ ਦੇ ਨਾਲ ਨਾਲ ਆਪਣੇ ਆਪ ਨੂੰ ਇਹ ਜਿਤਲਾਉਂਦੇ ਨੇ। ਕੌਣ? ਬਾਬਾ ਪ੍ਰਿਥੀ ਚੰਦ, ਕਿ ਇੱਕ ਦਿਨ ਗੁਰਤਾ ਗੱਦੀ ਦਾ ਮਾਲਕ ਮੈਂ ਬਣਨਾ ਹੈ। ਕਿਉਂਕਿ ਨਾਲ ਹਉਮੈ ਵੀ ਤੁਰੀ ਆਉਂਦੀ ਹੈ। ਇੱਕ ਦਿਨ ਇਹ ਜਤਲਾ ਵੀ ਰਹੇ ਨੇ ਵੀ ਮੈਂ ਸੇਵਾ ਕਰਦਾ। ਇਹ ਵਡਿਆਈ, ਇਹ ਗੁਰਿਆਈ, ਇਹ ਪ੍ਰਭਤਾ ਜਿਹੜੀ ਹੈ, ਗੁਰੂ ਰਾਮਦਾਸ ਸਿੰਘਾਸਣ ਵਾਲੀ ਇਹ ਦਾਸ ਪ੍ਰਿਥੀ ਚੰਦ ਕਹਿੰਦਾ ਇਹ ਮੈਨੂੰ ਮਿਲਣੀ ਹੈ। ਧਿਆਨ ਸੇਵਾ ਵਿੱਚ ਨਹੀਂ, ਧਿਆਨ ਗੁਰਤਾ ਗੱਦੀ ਦੇ ਵਿੱਚ ਹੈ।
इधर सेवा चलती है, सेवा करत होए नह कामी तिसको होत प्राप्त स्वामी। कामना रहत इच्छा निर इच्छा हो के जदों सेवा की जावे, पता नहीं गुरु ने त्रुट के किहड़ियां रहमतां किहड़ियां बख्शिशां कर देणियां ने, सेवा नूं भाग लगन लगा। सेवा नूं भाग बड़ा वड्डा लगदा है, सेवा नूं भाग लगन लगा। धन गुरु गुरु रामदास महाराज हुण जिन्हों एग्जाम असी कहने टैसट कहते हैं, इम्तिहान कह देने, जेड़ा प्रोफैसर है टीचर है वो अपने स्टूडेंट अपने सिखियार्थी नूं ओदी मर्जी है करड़ा इम्तिहान पा देवे ਜਾਂ ਸੌਖਾ ਜਿਹਾ ਇਮਤਿਹਾਨ ਪਾ ਦੇਵੇ, ਸੌਖਾ ਜਿਹਾ ਟੈਸਟ ਦੇ ਦੇਵੇ ਵੀ ਇਹਦੇ ਵਿੱਚੋਂ ਸਫਲ ਹੁੰਦਾ ਹੈ ਕਿ ਨਹੀਂ, ਕੋਈ ਕਰੜਾ ਪਾ ਦੇਵੇ, ਇਹ ਉਹਦੀ ਮਰਜ਼ੀ ਹੈ। ਮੇਰੇ ਸਤਿਗੁਰੂ ਜੀ ਨੇ ਸੌਖਾ ਜਿਹਾ ਇਮਤਿਹਾਨ ਪਾਇਆ, ਸੌਖਾ ਜਿਹਾ, ਬਹੁਤਾ ਔਖਾ ਨਹੀਂ। इधर सिहारी मल गुरु अर्जन साहब महाराज का मैं ये प्रसंग तां शुरू किया है, इतिहास तां लिया है कि गुरु अर्जन साहब महाराज का इस स्थान पर 16 तरीक नूं शहीदी पुरब नूं मनाउणा है। मैं गुरु अर्जन साहब महाराज की महत्ता भट्टां दे सवैयां राही तां दस रहा। जदों ये परचा पिया है, गुरु परचा पावे करड़ा पावे सौखा पा देवे, ते परचा आ पै गया कि गुरु रामदास जी दे पास सिहारी मल आए ने, ते सिहारी मल नूं जदों गुरु साहब जी ने कहा ना असी ते जा नहीं सकते, क्योंकि जदों असी जावांगे ते जिहड़ा तुहाडा कुड़म परिवार है सासी जावांगे ते उत्थे संगतां बड़ियां इकट्ठियां हो जाणगियां। आपां भी अज बरात लैके जाने ना, पूरा पिंड ही लै तुरने। बस इन्नी गल इशारा ही मैं देना, क्योंकि इधर समा नहीं पता लाउणा। गुरु साहब जी का यह विचार सी, जे असीं गए तो संगतां आउणगियां, तुहाडे कुरमाचारी जिहड़ा है उन्हां नूं औखा होवेगा संभालना। दूसरा, जदों असीं इत्थों अंमृतसर तो लाहौर जाने आ, जिहड़ियां संगतां दर्शनां लई आ रहीआं ने, दीदार लई आ रहीआं ने, उन्हां वास्ते फिर लाहौर चल के आउणा पएगा। दर्शनां तो संगतां वांझियां रह जाणगियां। ते पातशाह ने कहा, पुत्र पिरथी चंद ताया सिहारी मल आए ने, जाओ उत्थे वाजे गाजे ने, विआह है, खुशियां दा समा है, ते तुसी जाओ विआह वेखो, ताए जान नाल चले जाओ। हुण ध्यान किथे है पिरथी चंद दा? सेवा दे विच नहीं है, ख्याल ओदा सेवा विच नहीं है, ओदे मन दे विच ये ख्याल चल रहा है गुरु पिता जी मैनू दूर भेज रहे ने, ते इन्हां दा समा हुण ओ नेड़े आउण वाला है। किहड़ा? मैं एक दिन अगे भी एक ये गल कही सी, किसी ने मन दे विच फुरना फुरिया भी भाई साहब ये किवें हो सकदा है कि गुरु अमरदास महाराज ने अपनी आयु 11 साल, वाहिगुरू 11 साल 6 साल 11 महीने ते 17 दिन, मतलब लगभग 7 साल। ये हुण पिरथी चंद नूं पता है कि पिता नाना गुरु अमरदास महाराज ने अपनी उम्र दे विचों पिता गुरु रामदास नूं 6 साल 11 महीने ते 17 दिन जिहड़ी उम्र दित्ती है ना, वो होण वाली है पूरी। एक मैं होर बेनती करदे अपने गुरुआं ते किंतु परंतु ना करिया करो, असीं सेध लैनी है। क्योंकि मेरा पंचम पातशाह मेरा बापू कहंदा है, प्रभ भावै बिन सास ते रख है। जे वो रब चाहे तो बिना स्वासां तो भी रख सकता है, वो दाता चाहे तो उम्र वधा भी सकता है, वो दाता चाहे तो घटा भी सकता है, क्योंकि दाते दे हथ विच है। वो दाते नहीं, जदों माँ एक बीबी आई ना तो क्या ना, दातिया मेरी झोली च पुत्र पा दे, ते गुरु ने इन्नी गल कह दी भी तेरे ते कर्मां विच ही नहीं लिखिया। रुदन करदी होई तुर पई, ते भाई गुरदास वर्गे सियाणे सिख मिल गए। कहण लगा, बीबा कहंदे ने रोंदी क्यों पई है? कहण लगी, रोण इस करके रही हाँ कि मेरी कर्मां विच रब ने पुत्र औलाद लिखी ही नहीं। ते फिर
ਸਿੱਖ ਨੇ ਅੱਗੋਂ ਇੰਨੀ ਗੱਲ ਕਹਿ ਦਿੱਤੀ, ਜਾ ਇੱਕ ਵਾਰੀ ਕਹਿ ਦੇ ਦਾਤਿਆ, ਜੇ ਉੱਥੇ ਨਹੀਂ ਲਿਖੀ ਉੱਥੇ ਵੀ ਤੁਸੀਂ ਲਿਖਣੀ ਸੀ ਤੇ ਇੱਥੇ ਵੀ ਤੁਸੀਂ ਲਿਖਣੀ ਹੈ। ਮੈਂ ਬਹੁਤਾ ਇੱਧਰ ਸਮਾਂ ਨਹੀਂ ਲੈਣਾ, ਬਹੁਤਾ ਇਤਿਹਾਸ ਲੋਕਾਂ ਨੂੰ ਪਤਾ ਸੁਣਿਆ ਹੋਇਆ, ਮੈਂ ਇੱਧਰ ਟਾਈਮ ਵੇਸਟ ਜ਼ਿਆਦਾ ਨਹੀਂ ਕਰਨਾ। ਉੱਥੇ ਵੀ ਤੂੰ ਲਿਖਣੀ ਸੀ, ਲਿਖਣਾ ਸੀ ਦਾਤਿਆ, ਤੇ ਇੱਥੇ ਵੀ ਤੂੰ ਲਿਖਣਾ। ਬਸ ਗੁਰੂ ਸਾਹਿਬ ਜੀ ਨੂੰ ਜਦੋਂ ਇੰਨੇ ਬਚਨ ਕਹੇ, ਪਾਤਸ਼ਾਹ ਪ੍ਰਸੰਨ ਹੋ ਗਏ। ਇੱਕ ਮੰਗ ਰਹੀ ਸੀ, 7 ਦੇ ਦਿੱਤੇ। ਇੱਕ ਮੰਗ ਰਹੀ ਸੀ, 7 ਦੇ ਦਿੱਤੇ। ਗੱਲ ਕੀ ਹੈ? ਇਹ ਗੱਲ ਕੀ ਹੈ? ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਕਿਹੜੇ ਸਮੇਂ ਕਦੋਂ ਹੋ ਜਾਣੀ ਹੈ, ਇਹ ਕੋਈ ਪਤਾ ਨਹੀਂ ਹੈ। ਤੇ ਪ੍ਰਿਥੀ ਚੰਦ ਦੇ ਮਨ ਵਿੱਚ ਇਹ ਖਿਆਲ ਆ ਗਿਆ ਕਿ ਪਿਤਾ ਗੁਰਦੇਵ ਨੂੰ ਉਮਰ ਨਾਨਾ ਗੁਰੂ ਨੇ 6 ਵਰੇ ਤੇ 11 ਮਹੀਨੇ ਤੇ 17 ਦਿਨ ਜਿਹੜੀ ਦਿੱਤੀ ਆ ਨਾ, ਉਹ ਪੂਰੀ ਹੋਣ ਵਾਲੀ ਹੈ। ਤੇ ਇਹਨਾਂ ਨੇ ਮੈਂ ਜੇ ਚਲੇ ਗਿਆ ਲਾਹੌਰ ਤੇ ਗੁਰਿਆਈ ਅਰਜਨ ਨੂੰ ਦੇ ਦੇਣੀ ਹੈ, ਛੋਟੇ ਭਰਾ ਨੂੰ ਦੇ ਦੇਣੀ ਹੈ। ਇਸ ਕਰਕੇ ਇਨਕਾਰੀ ਹੋ ਗਿਆ, ਕਹਿਣ ਲੱਗਾ ਮੈਂ ਨਹੀਂ ਜਾਣਾ। ਕਿਉਂ? ਹੁਣ ਗੁਰੂ ਅਰਜਨ ਸਾਹਿਬ ਮਹਾਰਾਜ ਜਾਂਦੇ ਨੇ ਤੇ ਗੁਰੂ ਰਾਮਦਾਸ ਮਹਾਰਾਜ ਜਦੋਂ ਇਸ ਪ੍ਰੀਖਿਆ ਦੀ ਘੜੀ ਪਾਉਂਦੇ ਨੇ ਨਾ, ਵੀ ਜਿਹੜਾ ਇਹ ਕਹਿ ਰਿਹਾ ਹੈ ਵਿਆਹ ਤੇ ਮੈਂ ਲਾਹੌਰ ਨਹੀਂ ਜਾ ਸਕਦਾ, ਗੁਰੂ ਰਾਮਦਾਸ ਵੇਖ ਰਹੇ ਨੇ ਵੀ ਇੱਕ ਦਿਨ ਉਸੇ ਲਾਹੌਰ ਦੇ ਵਿੱਚ ਜਾ ਕੇ ਤੱਤੀ ਤਵੀ ਤੇ ਵੀ ਬਹਿਣਾ ਹੈ, ਉਸੇ ਲਾਹੌਰ ਦੇ ਵਿੱਚ ਜਾ ਕੇ ਤੱਤਾ ਰੇਤਾ ਵੀ ਸ਼ੀਸ਼ ਵਿੱਚ ਪੈਣਾ ਹੈ, ਉਸੇ ਲਾਹੌਰ ਦੇ ਵਿੱਚ ਜਾ ਕੇ ਪਾਣੀ ਵਿੱਚ ਉਬਾਲੇ ਵੀ ਖਾਣੇ ਪੈਣੇ ਨੇ। ਪਰ ਪ੍ਰਿਥੀ ਚੰਦ ਕਹਿੰਦਾ, ਨਿਤ ਮਗ ਤਾਮਸ਼ਾ ਹੋਵਤ ਮਹਾ। ਤਾਮਸ਼ ਕਹਿੰਦੇ ਨੇ ਤੱਤੀ ਨੂੰ, ਗਰਮੀ ਨੂੰ। ਕਹਿੰਦਾ ਹੈ ਪ੍ਰਿਥੀ ਚੰਦ ਕਹਿੰਦੇ ਨੇ, ਨਿਤ ਮਗ ਤਾਮਸ਼ ਹੋਵਤ ਤਹਾਂ। ਤਾਮਸ਼ ਮੀਨਸ ਗਰਮੀ। ਕਹਿਣ ਲੱਗੇ ਪਿਤਾ ਗੁਰਦੇਵ ਮੈਂ ਨਹੀਂ ਜਾ ਸਕਦਾ। ਕਿਉਂ? ਕਹਿਣ ਲੱਗੇ ਕਿ ਉੱਥੇ ਤਾਮਸ਼ ਬੜੀ ਹੈ, ਗਰਮੀ ਬੜੀ ਹੈ, ਧੁੱਪ ਬੜੀ ਹੈ, ਤੇ ਰਾਹ ਦੀ ਜਿਹੜੀ ਗਰਮੀ ਹੈ ਮੇਰੇ ਤੋਂ ਸਹਾਰੀ ਨਹੀਂ ਜਾ ਸਕਦੀ, ਮੇਰੇ ਤੋਂ ਧੁੱਪ ਜਿਹੜੀ ਹੈ ਸਹਾਰੀ ਨਹੀਂ ਜਾ ਸਕਦੀ, ਮੈਂ ਧੁੱਪੇ ਨਹੀਂ ਰਹਿ ਸਕਦਾ, ਮੈਂ ਤਾਮਸ਼, ਮੈਂ ਰਸਤੇ ਦੀ ਗਰਮੀ ਸਹਾਰ ਨਹੀਂ ਸਕਦਾ। ਤੇ ਧੰਨ ਗੁਰੂ ਰਾਮਦਾਸ ਵੇਖਦੇ ਨੇ, ਪ੍ਰਿਥੀ ਚੰਦ ਜੇ ਤੂੰ ਰਸਤੇ ਦੀ ਗਰਮੀ ਜਾਂ ਤੂੰ ਲਾਹੌਰ ਦੀ ਜਿਹੜੀ ਤੱਤੀ ਇਹ ਤਪਸ਼ ਹੈ ਇਸ ਨੂੰ ਸਹਾਰ ਨਹੀਂ ਸਕਦਾ, ਤੇ ਤੱਤੀ ਤਵੀ ਤੇ ਕਿਵੇਂ ਬਵੇਂਗਾ? ਤੱਤਾ ਰੇਤਾ ਕਿਵੇਂ ਸ਼ੀਸ਼ ਵਿੱਚ ਪਵਾਏਗਾ? ਪਾਣੀ ਵਿੱਚ ਉਬਾਲੇ ਕਿਵੇਂ ਖਾਏਗਾ? ਗੁਰੂ ਅਮਰਦਾਸ ਮਹਾਰਾਜ ਦੇ ਜਿਹੜੀ ਦਿੱਤੀ ਆਯੂ ਵਿੱਚੋਂ ਜਦੋਂ ਇਹ ਸਾਰਾ ਕੁਝ ਉਸ ਵੇਖ ਕੇ ਨਾ, ਤੇ ਗੁਰੂ ਰਾਮਦਾਸ ਮਹਾਰਾਜ ਰਹਿਮਤਾਂ ਦੇ ਘਰ ਵਿੱਚ ਆ ਰਹੇ ਨੇ। ਧਿਆਨ ਦਿਆ ਜੇ, ਇਹ ਭੱਟ ਹੁਣ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਉਸਤ ਕਿਵੇਂ ਕਰਦੇ ਨੇ। ਮੈਂ ਇਸ ਨੂੰ ਲਾਇਕ ਨਾਲ ਚੱਲਿਆ। ਰਾਮਦਾਸ ਗੁਰੂ ਜਗ ਤਾਰਨ ਕੋ, ਗੁਰ ਜੋਤ ਉਹ ਜੋਤ ਅਜੇ ਟਿਕੀ ਨਹੀਂ ਤੇ ਟਿਕਣੀ ਹੈ, ਪਰ ਅਰਜਨ ਮਾਹੇ ਧਰੀ। ਕਿਵੇਂ ਧਰੀ? ਪਹਿਲਾਂ ਪ੍ਰੀਖਿਆ ਦੀ ਘੜੀ ਆਈ। ਪ੍ਰੀਖਿਆ ਦੀ ਘੜੀ ਬਾਬਾ ਲਹਿਣਾ ਜੀ ਤੇ ਵੀ ਆਈ ਸੀ। ਗੁਰੂ ਅੰਗਦ ਦੇਵ ਮਹਾਰਾਜ ਜਦੋਂ ਬਣਦੇ ਨੇ ਨਾ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਪੁੱਤਰਾਂ ਨੂੰ ਵੀ ਪਰਚਾ ਪਾਇਆ ਸੀ। ਬਾਬਾ ਸ਼੍ਰੀ ਚੰਦ ਬਰਾਂਡੇ ਵਿੱਚ ਚੂਹੀ ਮਰੀ ਪਈ ਹੈ, ਚੌਕੇ ਸਾਡੇ। ਕਹਿਣ ਲੱਗੇ ਇੰਨੇ ਸੇਵਕ ਨੇ, ਇੰਨੀ ਸੇਵਾ ਤੁਰ ਕਰਦੇ ਫਿਰਦੇ ਨੇ, ਇਹ ਨਹੀਂ ਚੁੱਕ ਸਕਦੇ, ਅਸੀਂ ਤੇ ਗੁਰੂ ਪੁੱਤਰ ਆ ਨਾ। ਬਾਬਾ ਸ਼੍ਰੀ ਚੰਦ ਇਸ਼ਨਾਨ ਕਰਦਿਆਂ ਹੋਇਆਂ ਬਾਟਾ ਜਿਹੜਾ ਹੈ ਅਲੌਕਿਕ ਜੀ ਖੇਡ ਕਰਦੇ ਨੇ, ਕੌਤਕ ਕਰਦੇ ਨੇ, ਟੋਏ ਵਿੱਚ ਡੇਗ ਦਿੰਦੇ ਨੇ। ਕਹਿੰਦੇ ਨੇ ਪੁੱਤਰ ਸ਼੍ਰੀ ਚੰਦ ਦੇ ਟੋਏ ਦੇ ਵਿੱਚੋਂ ਬਾਟਾ ਕੱਢ ਦਿਓ। ਮਨ ਵਿੱਚ ਖਿਆਲ ਆਉਂਦਾ ਹੈ ਵੀ ਬਾਟੇ ਸੰਗਤ ਦੇ ਵਿੱਚ ਤੇ ਲੰਗਰ ਦੇ ਵਿੱਚ ਤੇ ਐਵੇਂ ਜੇ ਬਾਟਿਆਂ ਦੇ ਢੇਰ ਲੱਗੇ ਪਏ ਨੇ, ਇਹ ਬਾਟੇ ਨੂੰ ਕੱਢਣ ਦੀ ਲੋੜ ਕੀ ਹੈ? ਬਾਟਿਆਂ ਦੀ ਕੋਈ ਕਮੀ ਹੈ ਗੁਰੂ ਘਰ ਵਿੱਚ? ਫਿਰ ਭਾਈ ਲਹਿਣਾ ਨੂੰ ਕਹਿੰਦੇ ਨੇ, ਲੈਣਿਆ ਬਾਟਾ ਵਿੱਚ ਡਿੱਗ ਪਿਆ ਹੈ, ਬਾਹਰ ਕੱਢ ਦਿਓ। ਤੇ ਉਸੇ ਵੇਲੇ ਛਾਲ ਮਾਰਦੇ ਤੇ ਕੱਢ ਕੇ ਬਾਹਰ ਸਾਫ਼ ਕਰਕੇ ਲਿਆ ਕੇ ਇਸ਼ਨਾਨ ਕਰਕੇ ਫਿਰ ਸੇਵਾ ਵਿੱਚ ਹਾਜ਼ਰ ਹੋ ਜਾਂਦੇ ਨੇ। ਗੱਲ ਕੀ ਹੈ? ਹੁਕਮ ਮੰਨਣ ਦੀ। ਇੱਥੇ ਸਤਿਗੁਰੂ ਜੀ ਵੇਖ ਰਹੇ ਨੇ ਵੀ ਪ੍ਰਿਥੀ ਚੰਦ ਕਿੰਨਾ ਕੁ ਹੁਕਮ ਦੀ ਪਾਲਣਾ ਕਰਦਾ ਹੈ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਅਸੀਂ ਵੀ ਇਹ ਝਾਤ ਮਾਰਨੀ ਆ, ਗੁਰਦੁਆਰੇ ਆਉਂਦੇ ਆ, ਬਾਣੀ ਪੜ੍ਹਦੇ ਆ, ਪਰ ਜੋ ਰੋਜ਼ ਦਾ ਹੁਕਮ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਆਉਂਦਾ ਹੈ ਉਹਨੂੰ ਕਿੰਨਾ ਕੁ ਫਾਲੋ ਕਰਦੇ ਆ, ਉਹਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਕਿੰਨਾ ਕੁ ਢਾਲਦੇ ਆ। ਇਹ ਸ਼ਬਦ ਬਹੁਤ ਲੰਮੇਰਾ ਹੋ ਜਾਣਾ ਹੈ ਜੇ ਮੈਂ ਇੱਥੇ ਰੁਕਿਆ ਰਿਹਾ। ਧੰਨ ਗੁਰੂ
ਰਾਮਦਾਸ ਜੀ ਹੁਣ ਜੋਤ ਧਰਦੇ ਨੇ ਤੇ ਕਿਵੇਂ ਧਰਦੇ ਨੇ, ਕੰਪੈਰੀਜ਼ਨ ਇਹਦਾ ਕਿੱਥੇ ਕਰਦਾ ਹੈ ਭੱਟ ਜੀ। ਭੱਟ ਕੰਪੈਰੀਜ਼ਨ ਵੇਖੋ ਕਿਵੇਂ ਕਰਦੇ ਨੇ, ਕਹਿੰਦੇ ਨੇ ਅੰਤ ਨਾ ਪਾਵਤ। ਇਹਨੂੰ ਪਾਠ ਅਸੀਂ ਐਵੇਂ ਕਰਨਾ ਹੈ। ਮੈਂ ਪਹਿਲਾਂ ਇੱਕ ਵਾਰੀ ਸਿੱਧਾ ਪੜ੍ਹ ਦਿਆਂਗਾ ਤੇ ਜਿਵੇਂ ਅਸੀਂ ਸਾਰੇ ਪੜ੍ਹਨੇ ਆ ਫਿਰ ਐਵੇਂ ਪੜ੍ਹਾਂਗਾ। ਪਹਿਲਾਂ ਮੈਂ ਐਵੇਂ ਪੜ੍ਹ ਦੇਣਾ, ਅੰਤ ਨਾ ਪਾਵਤ ਦੇਵ ਸਭੈ, ਅਸੀਂ ਐਵੇਂ ਪੜ੍ਹਦੇ ਹਾਂ। ਮੁਨ ਇੰਦਰ ਮਹਾ ਸ਼ਿਵ ਜੋਗ ਕਰੀ, ਇਸ ਤਰ੍ਹਾਂ ਅਸੀਂ ਪਾਠ ਕਰਦੇ ਹਾਂ, ਪਰ ਐਵੇਂ ਪਾਠ ਨਹੀਂ ਹੈ। ਅੰਤ ਨਾ ਪਾਵਤ ਦੇਵ ਸਭੈ ਮੁਨ, ਦੇਵ ਸਭੈ ਮੁਨ ਇੰਦਰ ਮਹਾ ਸ਼ਿਵ ਜੋਗ ਕਰੀ। ਇਹ ਪਾਠ ਐਵੇਂ ਹੈ। ਇੱਥੇ ਕਿਹਾ ਅੰਤ ਨਾ ਪਾਵਤ, ਰੁਕਣਾ ਹੈ। ਜਿਹੜਾ ਅਤਿਅੰਤ ਹੈ ਉਹ ਪਰਮਾਤਮਾ ਹੈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਫਿਰ ਅੱਗੇ ਉਦਾਹਰਣ ਕਿਆ ਦੇਵ ਸਭ ਹੈ ਮੁਨ, ਦੇਵ ਤੋਂ ਭਾਵ ਹੈ ਦੇਵਤੇ, ਸਭ ਹੋ ਗਿਆ ਸਾਰੇ, ਮੁਨ ਤੋਂ ਹੋ ਗਿਆ ਰਿਸ਼ੀ ਮੁਨੀ। ਜਿੰਨੇ ਵੀ ਰਿਸ਼ੀ ਮੁਨੀ ਨੇ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੇ ਤੇਰਾ ਅੰਤ ਪਾਉਣਾ ਚਾਹਣ ਨਾ, ਤੇਰਾ ਅੰਤ ਨਹੀਂ ਪਾ ਸਕਦੇ। ਤੂੰ ਅਤਿਅੰਤ ਹੈ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਇੰਦਰ ਮਹਾ ਸ਼ਿਵ ਜੋਗ ਕਰੀ। ਇੰਦਰ ਕਿਹਨੂੰ ਕਹਿੰਦੇ? ਜਿਹਨੂੰ ਅਸੀਂ ਦੇਵਤਾ ਕਹਿੰਦੇ ਆ। ਜਦੋਂ ਮੀਂਹ ਪੈਣ ਦਾ ਹੋਵੇ ਨਾ ਤੇ ਕਈ ਸਾਡੇ ਪੁਰਖੇ ਕਹਿੰਦੇ ਨੇ ਵੀ ਵੇਖੋ ਅੱਜ ਵੀ ਇੰਦਰ ਖੁਸ਼ ਹੋਇਆ, ਮੀਂਹ ਪੈ ਰਿਹਾ। ਪਰ ਇੰਦਰ ਦੀ ਮੈਂ ਜੇ ਨਾਲ ਇਹਦਾ ਇੰਦਰ ਦਾ ਖੋਲਾਂ, ਇਤਿਹਾਸ ਖੋਲਾਂ ਤੇ ਪੰਕਤੀਆਂ ਗੁਰਬਾਣੀ ਦੀਆਂ ਲਵਾਂਗਾ ਬਾਹਰੋਂ ਨਹੀਂ। ਗੌਤਮ ਤਪਾ ਅਹਲਿਆ ਇਸਤਰੀ, ਤਿਸ ਦੇਖ ਇੰਦਰ ਲੁਭਾਇਆ। ਸਹਿਸ ਸਰੀਰ ਚਿਹਨ ਪੱਗ ਹੋਵੇ, ਤਾਂ ਮਨ ਪਛੋਤਾਇਆ। ਹੁਣ ਇੰਦਰ ਨੂੰ ਦੇਵਤਾ ਤੇ ਅਸੀਂ ਕਹਿੰਦੇ ਆ। ਮੈਂ ਨਹੀਂ ਕਹਿੰਦਾ ਵੀ ਨਾ ਕਿਉਂ, ਪਰ ਮੈਂ ਗੁਰਬਾਣੀ ਦਾ ਪੱਖ ਰੱਖ ਰਿਹਾ ਸਾਹਮਣੇ। ਗੌਤਮ ਤਪਾ, ਗੌਤਮ ਇੱਕ ਤਪਾ ਹੈ, ਰਿਸ਼ੀ ਹੈ। ਅਹਲਿਆ ਉਹਦੀ ਇਸਤਰੀ ਹੈ ਤੇ ਇੰਦਰ ਜਿਹੜਾ ਉਹਦੇ ਉੱਤੇ ਮੌਤ ਹੋ ਜਾਂਦਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਵਡਿਆਈਆਂ ਵੇਖੋ ਤੁਸੀਂ। ਗੌਤਮ ਤਪਾ ਅਹਲਿਆ ਇਸਤਰੀ, ਤਿਸ ਦੇਖ ਇੰਦਰ ਲੁਭਾਇਆ। ਇੱਥੇ ਪੁਰਾਣਕ ਕਥਾਵਾਂ ਐਵੇਂ ਵੀ ਆਉਂਦੀਆਂ ਨੇ ਕਿ ਚੰਦ ਨੂੰ ਪੁੱਛਿਆ ਇੰਦਰ ਨੇ ਵੀ ਇਹ ਇੰਦਰ ਚੰਦ ਨੂੰ ਇੰਦਰ ਚੰਦ ਨੂੰ ਕਹਿੰਦਾ ਵੀ ਚੰਦ ਤੈਨੂੰ ਲੋਕ ਜਿਹੜੀਆਂ ਸੁੰਦਰ ਤੋਂ ਸੁੰਦਰ ਇਸਤਰੀਆਂ ਨੇ ਜਦੋਂ ਵਰਤ ਖੋਲਦੀਆਂ ਨੇ, ਤੇਰਾ ਮੁਖੜਾ ਵੇਖ ਕੇ, ਤੈਨੂੰ ਛਾਲਣੀ ਵਿੱਚੋਂ ਵੇਖ ਕੇ ਉਹ ਖੋਲਦੀਆਂ ਨੇ ਆਪਣਾ ਵਰਤ, ਤੇ ਤੂੰ ਸਾਰਿਆਂ ਨੂੰ ਵੇਖਣਾ ਹੈ। ਇਹ ਦੱਸ ਸਾਰਿਆਂ ਤੋਂ ਸੁੰਦਰ ਇਸਤਰੀ ਕਿਹਦੀ ਹੈ? ਤੇ ਚੰਦ ਨੇ ਕਹਿ ਦਿੱਤਾ ਗੌਤਮ ਰਿਸ਼ੀ ਦੀ ਹੈ। ਤੇ ਕਹਿੰਦਾ ਮੈਂ ਵਿਕਾਰ ਭੋਗਣਾ ਹੈ। ਤੇ ਕਹਿਣ ਲੱਗਾ ਫੇਰ ਇਹ ਕਿਹੜੀ ਵੱਡੀ ਗੱਲ, ਅੱਧੀ ਰਾਤ ਉੱਠ ਕੇ ਉਹ ਇਸ਼ਨਾਨ ਕਰਨ ਜਾਂਦਾ ਨਦੀ ਤੇ ਤੂੰ ਉਦੋਂ ਚਲੇ ਜਾਵੀਂ। ਕਹਿਣ ਲੱਗਾ ਕਿਵੇਂ? ਕਹਿਣ ਲੱਗਾ ਉਹ ਫਿਰ ਅੱਧੀ ਰਾਤ ਤੋਂ ਪਹਿਲਾਂ ਕਹਿਣ ਲੱਗਾ ਫਿਰ ਮੈਂ ਮੁਰਗਾ ਬਣ ਜਾਵਾਂਗਾ। ਪਹਿਲਾਂ ਲੋਕੀ ਮੁਰਗਾ ਬਣ ਕੇ ਨਾ, ਮੁਰਗੇ ਦੀ ਆਵਾਜ਼ ਆਉਂਦੀ ਸੀ ਤੇ ਕੜੈਂ ਕਰਕੇ ਉਹਨੇ ਬੋਲਣਾ ਤੇ ਲੋਕਾਂ ਨੇ ਉੱਠ ਪੈਣਾ ਬਈ ਹਾਂ ਜੀ ਦਿਨ ਚੜ੍ਹ ਗਿਆ, ਮੁਰਗੇ ਦੀ ਆਵਾਜ਼ ਆਉਣੀ। ਹੁਣ ਤੇ ਨਾ ਅਸੀਂ ਪਕਸ਼ੀ ਛੱਡੇ ਹੀ ਨਹੀਂ ਆ। ਹੁਣ ਜਦੋਂ ਦਾ ਇੱਕ ਵਾਇਰਸ ਜਿਹਾ ਚੱਲਿਆ ਉਦੋਂ ਦੇ ਪਕਸ਼ੀਆਂ ਦੀ ਚੀਂ ਚੜਾਕੇ ਦੀ ਆਵਾਜ਼ ਆਉਣੀ ਸ਼ੁਰੂ ਹੋਈ ਆ। ਨਹੀਂ ਤੇ ਵਾਇਰਸਾਂ ਨੇ ਸਾਡੇ ਮੋਬਾਈਲਸ ਜਿਹੜੇ ਨੇ, ਵੇਵਸਾਂ ਨੇ, ਸਾਰੇ ਪਕਸ਼ੀ ਮਾਰ ਦਿੱਤੇ ਨੇ। ਤੇ ਆਵਾਜ਼ ਉਹਨੇ ਦੇ ਦਿੱਤੀ, ਮੁਰਗਾ ਬਣ ਕੇ ਆਵਾਜ਼ ਚੰਦ ਨੇ ਦਿੱਤੀ। ਜਿਹੜਾ ਇੰਦਰ ਸੀ ਆਇਆ, ਉਹਨੇ ਵਿਕਾਰ ਭੋਗੇ, ਇੰਨੇ ਨੂੰ ਇਸ਼ਨਾਨ ਕਰਕੇ ਰਿਸ਼ੀ ਵੀ ਆ ਗਿਆ ਤੇ ਉਹਨੇ ਅੱਖਾਂ ਨਾਲ ਸਾਹਮਣੇ ਵੇਖਿਆ, ਉਹਨੇ ਸਰਾਪ ਦੇ ਦਿੱਤਾ। ਸਹਿਸ ਸਰੀਰ ਚਿਹਨ ਪੱਗ ਹੋਵੇ, ਤਾਂ ਮਨ ਪਛੋਤਾਇਆ। ਜਿਨ੍ਹਾਂ ਦੇ ਲਈ ਆਇਆ ਜਾਂ ਤੇਰੇ ਸਰੀਰ ਤੇ ਹੀ ਸਾਰਾ ਕੁਝ ਹੋ ਜਾਏਗਾ। ਹੋਰ ਤੋਂ ਇੱਕ ਮੈਂ ਪੜ੍ਹ ਕੇ ਸੁਣਾਉਣਾ। ਗੌਤਮ ਨਾਰ ਅਹਲਿਆ ਤਾਰੀ, ਪਾਵਨ ਕੇਤਕ ਤਾਰੀ ਅਲੇ। ਪਰ ਧੰਨ ਗੁਰੂ ਤੂੰ ਧੰਨ ਹੈ, ਜਿਹੜੀ ਇੱਕ ਗੌਤਮ ਦੀ ਇਸਤਰੀ ਅਹਲਿਆ ਹੈ। ਜੇ ਉਸ ਨੂੰ ਰਿਸ਼ੀ ਨੇ, ਗੌਤਮ ਨੇ ਉਹਨੂੰ ਦੇ ਦਿੱਤਾ ਸ਼ਰਾਪ, ਤੂੰ ਜਾ ਪੱਥਰ ਹੋ ਜਾ, ਤੂੰ ਸਿਲ ਹੋ ਜਾ, ਤੇ ਤੂੰ ਸਤਿਗੁਰੂ ਜੀ ਉਹਨੂੰ ਵੀ ਤਾਰ ਦਿੱਤਾ, ਉਹਦਾ ਵੀ ਤੂੰ ਉਧਾਰ ਕਰ ਦਿੱਤਾ। ਤੂੰ ਤੇ ਦਾਤਿਆ ਆਇਆ ਹੀ ਉਧਾਰ ਕਰਨ ਵਾਸਤੇ, ਤੂੰ ਤੇ ਆਇਆ ਹੀ ਲੋਕਾਂ ਨੂੰ ਪਾਰ ਕਰਨ ਵਾਸਤੇ, ਤੂੰ ਤੇ ਆਇਆ ਹੀ ਲੋਕਾਂ ਦਾ ਅੰਧਕਾਰ ਮਿਟਾਉਣ ਵਾਸਤੇ। ਤੂੰ ਇੱਕ ਨਿਰੰਕਾਰ ਹੈ। ਧਿਆਨ ਦਿਆ ਜੇ, ਇੰਦਰ ਮਹਾ ਸ਼ਿਵ। ਹੁਣ ਗੱਲ ਸ਼ਿਵ ਜੀ ਦੀ ਹੈ। ਇੰਦਰ ਮਹਾ ਸ਼ਿਵ ਜੋਗ ਕਰੀ। ਜੋਗ ਦੀ ਵੀ ਮੈਂ ਗੱਲ ਲੈਣੀ ਹੈ। ਜੋਗ ਨਾ ਖਿੰਥਾ, ਜੋਗ ਨਾ ਡੰਡਾ,
जोग न भस्म चढ़ाई है, जोग न मुंदी मूंड मुड़ाई है, जोग न सिंही वाई है, अंजन माहे निरंजन रही है, जोग जुगत एव पाई है, जोग न खिंथा। खिंथा किनू कहंदे ने? खपणी नूं। खपणी किनू कहंदे ने? जदों कोई प्राणी संसार तो चले जाता है ना, उन्होंने कहंदे ने ओहदे तेरे उत्ते खप्पण पाया। खप्पण गल विच जिहड़ा कपड़ा पाउंदे ने ना, उन्होंने खप्पण कहंदे ने। ते खप्पण जिहड़ा हुंदा है ना, जिहड़ा गल विच कपड़ा पाया अणसीता जिहा हुंदा है, ते उन्होंने बोझे बाजे कोनी लगे हुंदे, पॉकेट नहीं लाउंदे, क्योंकि हुण मुर्दे नूं ते लोड़ ही नहीं ना। इन्हें किहड़ा विच कुछ पाउणा, इन्हें किहड़ा पॉकेट विच कुछ पर्स पाउणा है। ओहदा खप्पण हुंदा, उहनूं खप्पणी आख दिता। खप्पण जिहड़ा है वो पा लिया किन्ने? जोगी ने। गल दे विच खप्पण पाया होया है कि मैं बड़ा त्यागी हाँ, मैनूं किसी वस्तु की लोड़ नहीं है। जोग ना डंडा, हाथ विच डंडा फड़िया होया। जोग ना भस्म, भस्म कहंदे ने सवाह मिली हुई है। काहदे ते? काहदे लई? तन दे उत्ते, शरीर दे उत्ते। बई मैं लोकां नूं इह विखाउणा है, आ जिहड़े शिव दे भगत हुंदे ने ना, सिर च भी सवाह पाई हुंदी है, ते लम्मियां जड़ावां बनाईयां हुंदियां ने, ते तन दे उत्ते भी उन्हां ने सवाह मिली हुंदी है। मतलब ये है कि असीं संसार रूपी अग दे विचों निकल के हुण तन ते सवाह मिल लई है। साडे अंदर कोई विकार नहीं है, ना काम है, ना क्रोध है, ना लोभ है, ना मोह हंकार। विकारा तो असीं रह तां असीं इस सवाह वर्गे ठंडे होए पए। ते जिन्हां ने सवाह मिली होवे ना, कदे उन्हां नूं पुछ के वेख्या जे भी बाबा तू सवाह ते मिली फिरदा है, ये सवाह दा मतलब दस की है, क्यों सवाह मिली है? उन्हें आखिया हमारे बड़े इसको राख को मलते थे, हम ही अपने शरीर पे लगा लिया है। बस इन्ना ही दसेगा, उन्होंने ये नहीं पता भी काहदे लई लाई हुई है। ये तो मेरा गुरु नानक दसदा है, जोग ना खिंथा। हुण जिहड़ा ये खिंथा पा ली, खपणी पा ली है, पर अंदर लोभ भी है, लालच भी है, सब कुछ मैनू मिल जाए। शरीर के उत्ते जरूर खपणी पाई हुई है, वो विखावा जरूर है, पर अंदर लालच है। हाथ में छोटा जरूर फड़िया है, डंडा फड़िया है, भस्म जरूर मली है, कन्ना विच मुंदरां जरूर पाइयां ने, भी असीं घर नूं छड्ड दिता है, पर पकड़ उत्थे दी उत्थे है। जोग ना खिंथा, जोग ना डंडा, जोग ना भस्म चढ़ाई है। ते मेरे पातशाह कहंदे ने जे जोगी होना है ना, गल्ली जोग ना होई, एक दृष्ट कर समसर जाना, जोगी कहिए सोई। गल्लां बातां नाल, इन्हां लिबासां दे नाल जोग नहीं बनिया पाया जा सकदा। जोग मीनस मिलाप, इन्हां गल्लां बातां नाल तेरा मिलाप नहीं होना। मिलाप होवेगा ते तेरा गुरु दी सिक्ख्या द्वारा हो सकता है। तेरे अंदर दा हनेरा निकल जावे तां मिलाप होवेगा। हुण धन गुरु अर्जन साहब महाराज नूं किस निगाह नाल वेख रहे ने? भट्ट जी ध्यान दिया जे, क्या इंद्र महासेव शिव कहते हैं शिव जी नूं, जिसनों आप बाणी में पढ़ते हैं ना जपजी साहब, एका माई जुगत व्याई तीन चेले प्रवान। ब्रह्मा कहते ने पुराण का कथावां, गुरमत नहीं कह रही इसनूं, गुरमत इस गल नूं समझा रही है, पर असी कई बारी गल इसनूं इसे पासे ली फिरते रहने आ, उदाहरण नूं ही असी होर पासे लै तुरने आ। क्या एका माई जुगत व्याई तीन चेले प्रवान। तीन चेले केड़े? ब्रह्मा कहते ने भी जन्म देने वाला, विष्णु पालन वाला है, ते शिव जी जिहड़ा संहार करने वाला है। इत्थे ते मैं वेख्या नहीं, भारत विच जाइए ना ते जिथे शमशान घाट हुंदा है ना, उत्थे बड़ी सारी मूर्ति शिव जी की बनाई होंदी है। भी ये शिव जी जिहड़ा है दीवान ला के बैठा है, ये सारियां नूं मारन वाला है। विष्णु जिहड़ा है पालन वाला है, ते ब्रह्मा जिहड़ा है बनाउण वाला है। ध्यान दिया जे, इस गल नूं मैं खोलना। क्या एक कई बार असीं बाणी नूं पता किवें पढ़दे हैं? एका ईड़ी सिहारी कक्का एक, पर इत्थे ईड़ी नूं लां है, इहनूं पढ़ना ए का। जे असीं यूपी वाले चले जाइए ना, तो वो कहंदे ने ये क्या, हिंदी बोली है ना, हिंदी बना के वेखो, कहते ये क्या।
इत्थे गुरु साहिब ने एक माई, माई तो कहांगे माया, जुगत ये किस तरह पैदा हुई है, अज तक किसी ने पता लग्या भी ये माया किवें पैदा हुई है। उस पासे बोलते ने हम ब्याई, ब्याई तो कहते हैं हमारी गऊ ब्याई है, हमारी भैंस ब्याई है। मैं कहना जिन्होंने बोलियां का पता है ना, उन्होंने अर्थ समझने भी आउणगे ते करने भी आउणगे। ब्याई तो भाव है जिवें आपां कहने साडी गां सूई है, मझ सूई है, क्या एक माई ए माई ए माया, ये दसो किवें प्रसूत हुई है, जन्म इहदा किवें होया। एक माई जुगत व्याई, ये किस तरह व्याई गई है, ये किवें प्रसूत हुई है, इहदा जन्म का कोई पता नहीं है। ते तीन चेले इहदे किहड़े ने, ब्रह्मा विष्णु ते शिव जी। एक संसारी एक भंडारी, एक लाए दी बाण, जिव तिस भावै तिवै चलावै, जिव होवै फरमान। पर नहीं, ये जिवें वो परमात्मा नूं भाउंदा है, सारी सृष्टि नूं उवें चलाउंदा है। ये ब्रह्मा भी, विष्णु भी ते शिव जी भी उस दा अंत नहीं पा सकते, क्योंकि इस माया ने उन्होंने भी छड़ लिया। इहना माया ने ना ब्रह्मा नूं छड्डिया। ब्रह्मा वेखो अपनी धी ते मोहित हो जाता है। अगलियां तुकां विच बाबा जी कहते ने, भट्ट जी कहते ने, हुन वेद बिरंच विचार रहे हो। हालांकि ब्रह्मा चार वेदां दा उच्चारण वाला है, चार वेदां दा वो ज्ञाता है। क्या हुन वेद बिरंच, बिरंच इत्थे ब्रह्मा नूं कहांगे, विचार रहे हो, वो रचेता भी है ते और विचारदा भी है। पर जे नदर नी ना होई ते वो भी इस कसवट्टी ते पूरा नहीं उतर सकिया। वो पृथ्वी चंद तू कित्थे पूरा उतरेगा। ये ते गुरु दी नदर दी गल है, एक उत्ते गुरु दी रहमत दी गल है। धन गुरु गुरु अर्जन साहब महाराज, जिवें पिता गुरु गुरु रामदास गुरु अमरदास महाराज दी सेवा सौरा जान के नहीं, रब जान के, पिता जान के नहीं करते सन, परमात्मा दा रूप जान के, जोत जान के करते सन। अज गुरु अर्जन साहब महाराज पुत्र जिहड़े ने वो गुरु रामदास दी पिता बन के सेवा नहीं कर रहे, वो रब जान के कर रहे हैं। ते क्या हुन वेद बिरंच विचार रहियो, हर जाप न छाड़ियो एक करी, मथुरा जन को प्रभ। इवें दा पाठ करना है। मथुरा जी कहते ने मेरा रब गुरु अर्जन है। मथुरा जन को प्रभ, क्या दीन दयाल है, जिहड़ा दीना दे उत्ते दया करन वाला दयालु है। मेरा रब गुरु अर्जन है। किशन बिशन कबहू ना ध्याऊं, रोज पढ़ते आपां, पर आपां किधर देवतियां देखने भी फलाना देवता, ओ देवता, फलाने नूं रजा लो, फलाने नूं पालो। पढ़ने वाले बाणी तुरे फिरदे होर पासे। क्या मथुरा जन को प्रभ, दीन दयाल है, दीना उत्ते दया करन वाला। संगत सृष्ट निहाल करी, संगत ते सृष्टि, जिस गुरु अर्जन साहब महाराज ने संगतां नूं अते सृष्टि नूं निहाल कीता है। भट्ट मथुरा जी कहते ने मेरा रब ही गुरु अर्जन साहब महाराज है। हुण समा नहीं दे इजाजत दे रहा, मैं होर इसका विस्तार करा। इथों मैं फिर कल आरंभ करांगा। रामदास गुरु जग तारन को, गुर जोत अर्जुन माहे धरी। गुरु वाली जोत गुरु रामदास ने किवें गुरु अर्जन साहब महाराज विच टकाई है, क्योंकि आने वाले समा मेरा साहिबां दा शहीदी पुरब आ रहा है। ये विषा मैं इस करके छेड़िया है। वाहिगुरू जी का खालसा, वाहिगुरू जी की फतेह।